ਕੈਨੇਡਾ ਵਿੱਚ 21 ਨਵੰਬਰ ਤੋਂ ਦਾਖਲ ਹੋਣ ਦੇ ਲਈ ਕੁਝ ਹਦਾਇਤਾਂ ਨੇ ਜਿਨ੍ਹਾਂ ਦੀ ਪਾਲਣਾ ਕਰਨੀ ਪਵੇਗੀ। ਇਹਨਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇਕਰ ਲਾਜ਼ਮੀ ਕੀਤੇ ਗਏ ਕਦਮ ਕੈਨੇਡਾ ਵਿੱਚ ਐਂਟਰੀ ਦੌਰਾਨ ਨਹੀਂ ਚੁੱਕੇ ਜਾਂਦੇ ਤਾਂ ਚੇਤਾਵਨੀ ਸਮੇਤ ਮੋਟਾ ਫਾਈਨ ਵੀ ਲੱਗ ਸਕਦਾ ਹੈ। ਜਿਸ ਦੌਰਾਨ ਹੁਣ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਵਿੱਚ ਐਂਟਰੀ ਸਮੇਂ ਜੋ ਹਦਾਇਤਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ ਉਹ ਕਿਹੜੀਆਂ ਨੇ ਤੇ ਨਾਲ ਹੀ ਅਗਲੇ 14 ਦਿਨ ਵਾਸਤੇ ਵੀ ਸਿਰਫ ਕੁਆਰੰਟਾਈਨ ਹੀ ਨਹੀਂ ਸਗੋਂ ਹੋਰ ਵੀ ਕਿਹੜੀਆਂ ਹਦਾਇਤਾਂ ਨੇ ਜਿਨ੍ਹਾਂ ਨੂੰ 21 ਨਵੰਬਰ ਤੋਂ ਪੂਰਾ ਕਰਨਾ ਲਾਜ਼ਮੀ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਜੋ ਯਾਤਰੀ ਹਵਾਈ ਸਫ਼ਰ ਦੇ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਗੇ ਉਹਨਾਂ ਦੇ ਲਈ ਕੀ ਹਦਾਇਤਾਂ ਨੇ। ਨਵੰਬਰ 21, 2020 ਤੋਂ ਜੇਕਰ ਤੁਸੀਂ ਜਹਾਜ਼ ਰਾਹੀਂ ਕੈਨੇਡਾ ਵਿੱਚ ਆਉਂਦੇ ਹੋ ਤਾਂ ਤੁਹਾਡੇ ਕੋਲ ਅਰਾਈਵ ਕੈਨ ਐਪਲੀਕੇਸ਼ਨ ਡਾਊਨਲੋਡ ਫੋਨ ਦੇ ਵਿੱਚ ਕੀਤੀ ਗਈ ਹੋਣੀ ਜ਼ਰੂਰੀ ਹੈ ਤੇ ਇਸ ਐਪਲੀਕੇਸ਼ਨ ਵਿੱਚ ਕੈਨੇਡਾ ਆਉਣ ਤੋਂ ਪਹਿਲਾਂ ਟਰੈਵਲ ਤੇ ਤੁਹਾਡੇ ਨਾਲ ਸੰਪਰਕ ਕੀਤੇ ਜਾਣ ਦੀ ਜਾਣਕਾਰੀ ਭਰਨੀ ਪਵੇਗੀ। ਕੁਆਰੰਟਾਈਨ ਦਾ ਪਲਾਨ ਦੱਸਣਾ ਪਵੇਗਾ ਕਿ ਤੁਸੀਂ 14 ਦਿਨ ਕਿੱਥੇ ਤੇ ਕਿਵੇਂ ਵੱਖਰੇ ਤੌਰ ਦੇ ਉੱਤੇ ਰਹਿਣ ਦਾ ਇੰਤਜ਼ਾਮ ਕਰਕੇ ਆਏ ਹੋ ਤੇ ਕੋਵਿਡ-19 ਦੇ ਲੱਛਣਾਂ ਸੰਬੰਧੀ ਅਸੈਸਮੈਂਟ ਦੇ ਲਈ ਕੁਝ ਸਵਾਲ ਹੋਣਗੇ ਜਿਨ੍ਹਾਂ ਦੇ ਜਵਾਬ ਦੇਣੇ ਨੇ ਤੇ ਉਸ ਤੋਂ ਬਾਅਦ ਐਪਲੀਕੇਸ਼ਨ ਦੇ ਵਿੱਚ ਹੀ ਇੱਕ ਰਸੀਦ ਆ ਜਾਵੇਗੀ। ਜਦੋਂ ਤੁਸੀਂ ਕੈਨੇਡਾ ਆਉਣ ਦੇ ਲਈ ਕਿਸੇ ਵੀ ਦੇਸ਼ ਤੋਂ ਜਹਾਜ਼ ਵਿੱਚ ਚੜ੍ਹਨਾ ਹੈ ਤਾਂ ਜਹਾਜ਼ 'ਚ ਚੜ੍ਹਨ ਤੋਂ ਪਹਿਲਾਂ ਐਪਲੀਕੇਸ਼ਨ ਵਿੱਚ ਸਾਰੀ ਜਾਣਕਾਰੀ ਭਰਨੀ ਜ਼ਰੂਰੀ ਹੈ। ਇਹ ਐਪਲੀਕੇਸ਼ਨ ਆਈਫੋਨ ਤੇ ਐਂਡਰੋਇਡ ਫੋਨਸ ਦੇ ਲਈ ਵੀ ਮੌਜੂਦ ਹੈ ਜਿਸ ਦਾ ਲਿੰਕ ਅਸੀਂ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਰਹੇ ਹਾਂ ਤੇ ਜੇਕਰ ਫੋਨ ਦੇ ਵਿੱਚ ਐਪਲੀਕੇਸ਼ਨ ਦੇ ਰਾਹੀਂ ਨਹੀਂ ਤਾਂ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਵੀ ਕੈਨੇਡਾ ਆਉਣ ਤੋਂ ਪਹਿਲਾਂ ਇਹ ਜਾਣਕਾਰੀ ਭਰ ਸਕਦੇ ਹੋ। ਜਦੋਂ ਤੁਸੀਂ ਇਸ ਐਪਲੀਕੇਸ਼ਨ ਨੂੰ ਫੋਨ ਵਿੱਚ ਡਾਊਨਲੋਡ ਕਰ ਲੈਂਦੇ ਹੋ ਤਾਂ ਫਲਾਈਟ ਤੋਂ 90 ਦਿਨ ਪਹਿਲਾਂ ਤੱਕ ਵੀ ਜਾਣਕਾਰੀ ਭਰਨ ਦੇ ਲਈ ਚੋਣ ਦਿਖਾਈ ਦਿੰਦੀ ਹੈ। ਜੇਕਰ ਵੈਬਸਾਈਟ ਦੇ ਉੱਤੇ ਜਾਣਕਾਰੀ ਭਰਨੀ ਹੋਵੇ ਤਾਂ ਫਲਾਈਟ ਤੋਂ 14 ਦਿਨ ਪਹਿਲਾਂ ਵਿੰਡੋ ਖੁੱਲ ਜਾਂਦੀ ਹੈ। ਜਦੋਂ ਜਾਣਕਾਰੀ ਭਰ ਦਿੱਤੀ ਜਾਂਦੀ ਹੈ ਤਾਂ ਐਪਲੀਕੇਸ਼ਨ ਦੇ ਉੱਤੇ ਰਸੀਦ ਆਉਂਦੀ ਹੈ ਜਿਸ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਅਧਿਕਾਰੀ ਨੂੰ ਦਿਖਾਉਣਾ ਪੈਂਦਾ ਹੈ ਜਿਸ ਦਾ ਪ੍ਰਿੰਟ ਵੀ ਕਢਵਾਇਆ ਜਾ ਸਕਦਾ ਹੈ ਤੇ ਇਸ ਦਾ ਫੋਨ ਦੇ ਵਿੱਚ ਸਕਰੀਨਸ਼ਾਟ ਕਰਕੇ ਵੀ ਅਧਿਕਾਰੀ ਨੂੰ ਦਿਖਾਇਆ ਜਾ ਸਕਦਾ ਹੈ। ਤੇ ਜੇਕਰ ਤੁਸੀਂ ਕੈਨੇਡਾ ਵਿੱਚ ਸੜਕ ਦੇ ਰਾਹੀਂ ਜਾਂ ਸਮੁੰਦਰ ਦੇ ਰਾਹੀਂ ਦਾਖਲ ਹੋ ਰਹੇ ਹੋ ਤਾਂ ਵੀ ਜ਼ਰੂਰੀ ਹੈ ਕਿ ਅਰਾਈਵ ਕੈਨ ਐਪਲੀਕੇਸ਼ਨ ਦੀ ਵਰਤੋਂ ਕੀਤੀ ਗਈ ਹੋਵੇ। ਇਸ ਦੇ ਨਾਲ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਕਿਉਂਕਿ ਜੋ ਇਸ ਐਪਲੀਕੇਸ਼ਨ ਦੀ ਵਰਤੋਂ ਕਰਕੇ ਜਾਣਕਾਰੀ ਨਹੀਂ ਭਰਦੇ ਉਹਨਾਂ ਦੇ ਲਈ ਬਾਰਡਰ ਅਧਿਕਾਰੀਆਂ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ ਤੇ ਫਿਰ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨੇ ਜਿਸ ਦੇ ਲਈ ਮੋਟਾ ਫਾਈਨ ਵੀ ਲਗਾਇਆ ਜਾ ਸਕਦਾ ਹੈ ਉਹਨਾਂ ਨੂੰ ਜਿਨ੍ਹਾਂ ਨੇ ਇਹ ਐਪਲੀਕੇਸ਼ਨ ਡਾਊਨਲੋਡ ਨਾ ਕੀਤੀ ਹੋਵੇ ਤੇ ਜਾਣਕਾਰੀ ਨਾ ਭਰੀ ਹੋਵੇ। ਜਿਵੇਂ ਕਿ ਤੁਹਾਨੂੰ ਦੱਸਿਆ ਹੈ ਕਿ ਨਵੰਬਰ 21 ਤੋਂ ਲਾਗੂ ਹੋ ਰਹੀਆਂ ਹਦਾਇਤਾਂ ਸਿਰਫ ਕੈਨੇਡਾ ਵਿੱਚ ਐਂਟਰੀ ਤੋਂ ਪਹਿਲਾਂ ਹੀ ਨਹੀਂ ਸਗੋਂ ਅੱਗੇ ਵੀ ਲਾਗੂ ਨੇ ਜਿਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਸ ਦੇ ਵਿੱਚ ਕੁਝ ਨੂੰ ਛੋਟ ਹੈ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਵੀ ਜੋ ਡਿਸੇਬਲ ਨੇ ਜਿਸ ਦੇ ਬਾਰੇ ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਵੀ ਪੂਰੀ ਜਾਣਕਾਰੀ ਮੌਜੂਦ ਹੈ ਤੇ ਜਦੋਂ ਤੁਸੀਂ ਕੈਨੇਡਾ ਵਿੱਚ ਪਹੁੰਚ ਜਾਂਦੇ ਹੋ ਤਾਂ ਉਸ ਤੋਂ ਬਾਅਦ ਵੀ 14 ਦਿਨ ਦੇ ਵਾਸਤੇ ਹਰ ਰੋਜ਼ ਇਸ ਐਪਲੀਕੇਸ਼ਨ ਦੇ ਰਾਹੀਂ ਜਾਣਕਾਰੀ ਭਰਨੀ ਲਾਜ਼ਮੀ ਹੈ ਤੇ 48 ਘੰਟੇ ਦੇ ਅੰਦਰ ਐਪਲੀਕੇਸ਼ਨ ਦੇ ਰਾਹੀਂ ਹੀ ਜਾਣਕਾਰੀ ਦੇਣੀ ਜ਼ਰੂਰੀ ਹੈ ਕਿ ਤੁਸੀਂ ਉਸ ਥਾਂ ਦੇ ਉੱਤੇ ਪਹੁੰਚ ਗਏ ਹੋ ਜਿੱਥੇ ਕੁਆਰੰਟਾਈਨ ਕਰਨਾ ਸੀ ਤੇ ਜਦੋਂ ਤੱਕ ਕੁਆਰੰਟਾਈਨ ਦਾ ਸਮਾਂ ਪੂਰਾ ਨਹੀਂ ਹੁੰਦਾ ਉਦੋਂ ਤੱਕ ਹਰ ਰੋਜ਼ ਐਪਲੀਕੇਸ਼ਨ ਦੇ ਰਾਹੀਂ ਸੈਲਫ ਅਸੈਸਮੈਂਟ ਵੀ ਕਰਨੀ ਪਵੇਗੀ ਜਿਸ ਦੇ ਰਾਹੀਂ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਨੇ ਕਿ ਕੋਵਿਡ-19 ਦੇ ਕੋਈ ਲੱਛਣ ਦਿਖਾਈ ਦੇ ਰਹੇ ਨੇ ਜਾਂ ਨਹੀਂ। ਜਿਹੜੇ ਵਿਅਕਤੀ ਕੈਨੇਡਾ ਵਿੱਚ ਦਾਖਲ ਹੋਣ ਤੋਂ ਬਾਅਦ 14 ਦਿਨ ਐਪਲੀਕੇਸ਼ਨ ਦੇ ਰਾਹੀਂ ਜਾਣਕਾਰੀ ਅਪਡੇਟ ਨਹੀਂ ਕਰਨਗੇ ਉਹਨਾਂ ਨੂੰ ਸਿਹਤ ਵਿਭਾਗ ਦੇ ਵੱਲੋਂ ਫੋਨ ਆਉਣਗੇ ਤੇ ਜਾਣਕਾਰੀ ਭਰਨ ਦੇ ਲਈ ਕਿਹਾ ਜਾਵੇਗਾ। ਇਸ ਦੌਰਾਨ ਕੈਨੇਡਾ ਸਰਕਾਰ ਨੇ ਇਹ ਵੀ ਖਾਸ ਤੌਰ ਤੇ ਸਾਫ਼ ਕੀਤਾ ਹੈ ਕਿ ਜਿਹੜੇ ਵੀ ਅਰਾਈਵ ਕੈਨ ਐਪਲੀਕੇਸ਼ਨ ਨੂੰ ਫੋਨ 'ਚ ਡਾਊਨਲੋਡ ਕਰਦੇ ਨੇ ਉਹਨਾਂ ਨੂੰ ਇਹ ਡਰਨ ਦੀ ਲੋੜ ਨਹੀਂ ਹੈ ਕਿ ਉਹਨਾਂ ਦੀ ਕੋਈ ਨਿੱਜੀ ਜਾਣਕਾਰੀ ਸਰਕਾਰ ਦੇ ਵੱਲੋਂ ਫੋਨ ਦੇ ਵਿੱਚੋਂ ਲਈ ਜਾ ਸਕਦੀ ਹੈ ਕਿਉਂਕਿ ਇਸ ਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਹੈ ਕਿ GPS ਦੀ ਜਾਂ ਫਿਰ ਕਿਸੇ ਹੋਰ ਤਕਨੀਕ ਦੀ ਜੋ ਫੋਨ ਦੇ ਵਿੱਚ ਲੋਕੇਸ਼ਨ ਟਰੈਕ ਕਰਨ ਦੇ ਵਾਸਤੇ ਵਰਤੋਂ ਵਿੱਚ ਆਉਂਦੀ ਹੈ ਉਸ ਦੀ ਵਰਤੋਂ ਇਸ ਐਪਲੀਕੇਸ਼ਨ ਦੇ ਰਾਹੀਂ ਨਹੀਂ ਕੀਤੀ ਜਾਂਦੀ। ਇਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਸਿਰਫ ਉਸ ਜਾਣਕਾਰੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਤੁਹਾਡੇ ਵੱਲੋਂ ਦਿੱਤੀ ਗਈ ਹੋਵੇ। ਪ੍ਰਾਈਵੇਸੀ ਐਕਟ ਦੇ ਅਧੀਨ ਇਸ ਐਪਲੀਕੇਸ਼ਨ ਨੂੰ ਸੁਰੱਖਿਅਤ ਬਣਾਇਆ ਗਿਆ ਹੈ ਜਿਸ ਦੇ ਲਈ ਜੇਕਰ ਕਿਸੇ ਨੂੰ ਹੋਰ ਵਿਸਥਾਰ ਦੇ ਵਿੱਚ ਜਾਣਕਾਰੀ ਚਾਹੀਦੀ ਹੋਵੇ ਇਸ ਦੇ ਨਾਲ ਸੰਬੰਧਿਤ ਪ੍ਰਾਈਵੇਸੀ ਨੂੰ ਲੈ ਕੇ ਤੇ ਅਰਾਈਵ ਕੈਨ ਪ੍ਰਾਈਵੇਸੀ ਨੋਟਿਸ ਤੁਸੀਂ ਆਨਲਾਈਨ ਸਰਚ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਉੱਤੇ ਵਿਸਥਾਰ ਨਾਲ ਆ ਜਾਵੇਗਾ ਸਾਰੀ ਜਾਣਕਾਰੀ ਪੜ੍ਹ ਸਕਦੇ ਹੋ। ਯਾਨੀ ਕਿ 21 ਨਵੰਬਰ ਤੋਂ ਹੁਣ ਤੁਹਾਡੇ ਆਲੇ ਦੁਆਲੇ ਵੀ ਜਿਹੜਾ ਵੀ ਵਿਅਕਤੀ ਕੈਨੇਡਾ ਵਿੱਚ ਦਾਖਲ ਹੋਣ ਜਾ ਰਿਹਾ ਹੈ ਕੈਨੇਡਾ ਵਿੱਚ ਆਉਣ ਤੋਂ ਪਹਿਲਾਂ ਉਸ ਨੂੰ ਇਸ ਐਪਲੀਕੇਸ਼ਨ ਦੇ ਰਾਹੀਂ ਜਾਣਕਾਰੀ ਭਰਨੀ ਪਵੇਗੀ। ਇਸ ਦੀ ਜਾਣਕਾਰੀ ਤੁਸੀਂ ਅੱਗੇ ਤੋਂ ਅੱਗੇ ਆਪਣੇ ਪਰਿਵਾਰਾਂ ਨੂੰ ਤੇ ਦੋਸਤਾਂ ਨੂੰ ਦੇ ਸਕਦੇ ਹੋ।